ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਿਉ ਬੁਲਾਵੈ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਬਿਨ ਸਿਮਰਨ ਜੋ ਜੀਵਨ ਬਲਨ ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੈ ਗੋਹਾਰੀ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੇ ਸਚਿਤ ਆਨੰਦ ਪੁਰੀ ਪੁਰੀ ਵਿਸ਼ੰਤਾ ਸਾ ਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ੇ ਹੈ ਜੀ। ਮਨੁੱਖਾ ਜਨਮ ਬਖਸ਼ੇ ਹੈ, ਸਵਾਸ ਬਖਸ਼ੇ ਨੇ, ਤੰਦਰੁਸਤੀਆਂ ਬਖਸ਼ੀਆਂ ਨੇ। ਜਾਗਣੇ ਬਖਸ਼ਿਸ਼ ਕੀਤੇ ਨੇ ਅੰਮ੍ਰਿਤ ਵੇਲੇ ਦੇ। ਸਤ ਸੰਗਤ ਦੇ ਮਹਾਨ ਕੁੰਭ ਗੁਰੂ ਸ਼ਬਦ ਦੇ ਵਿਚਾਰ ਕਰਨ ਸੁਣਨ ਦਾ ਮਾਲਕ ਨੇ ਸਮਾਂ ਦਿੱਤਾ ਹੈ। ਜੋ ਵੀ ਸੰਗਤਾਂ ਨਿਤਨੇਮ ਅਨੁਸਾਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜੁੜ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਸੋ ਆਓ ਗੁਰੂ ਸਿੱਖ ਪਿਆਰਿਓ, ਜਿਤਨਾ ਕੁ ਸਮਾਂ ਸਤਿਗੁਰੂ ਬਖਸ਼ਦੇ ਨੇ ਕੋਸ਼ਿਸ਼ ਕਰੀਏ ਆਪੋ ਆਪਣੇ ਮਨ ਦੇ ਖਿਆਲਾਤ ਫੁਰਨੇ ਗੁਰੂ ਦੇ ਬਚਨਾਂ ਨਾਲ ਜੋੜੀਏ। ਲੜੀਵਾਰ
ਕਥਾ ਵਿਚਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਰ ਸੁਣ ਰਹੇ ਹਾਂ। ਸਤਿਗੁਰਾਂ ਦੇ ਪਾਵਨ ਉਪਦੇਸ਼ ਪਿੱਛੇ ਜੋ ਆਪਾਂ ਵਿਚਾਰਿਆ ਸੀ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਬਿਨ ਸ਼ਬਦੈ ਭਰਮ ਨਾ ਚੁਕਈ, ਨਾ ਵਿੱਚੋਂ ਹਉਮੈ ਜਾਏ। ਜੋ ਜੀਵਾਂ ਨੂੰ ਜੜ ਚੇਤਨ ਰੂਪ ਹੋ ਕੇ ਮਾਇਆ ਚਿੰਬੜੀ ਹੈ ਨਾ, ਉਹਦਾ ਭੁਲੇਖਾ ਜਿਹੜਾ ਗੁਰੂ ਦੇ ਸ਼ਬਦ ਤੋਂ ਬਿਨਾਂ ਚੁੱਕਿਆ ਨਹੀਂ ਜਾਣਾ। ਨਾ ਹੀ ਜੀਵਾਂ ਦੇ ਵਿੱਚੋਂ ਅੰਦਰੋਂ ਸਾਧਨਾ ਦੀ ਹੰਗਤਾ ਜਿਹੜੀ ਆ, ਮਮਤਾ ਜਿਹੜੀ ਆ, ਖਤਮ ਨਹੀਂ ਹੁੰਦੀ, ਨਹੀਂ ਜਾਂਦੀ। ਜਿਵੇਂ ਲੋਮਸ਼ ਰਿਖੀ ਨੂੰ ਲੰਮੀ ਉਮਰ ਦੀ ਹੰਗਤਾ ਬਣੀ ਰਹੀ। ਕਈਆਂ ਨੂੰ ਵੱਧ ਤੋਂ ਵੱਧ ਜਿਉਣ ਦੀ ਹੈ, ਹੰਢਾਉਣ ਦੀ ਹੈ, ਖਾਣ ਪੀਣ ਦੀ, ਹੁਕਮ ਚਲਾਉਣ ਦੀ, ਹੋਰ ਪਦਾਰਥਾਂ ਦੀ ਭੁੱਖ ਵੱਧ ਤੋਂ ਵੱਧ। ਕਲਯੁਗ ਹੈ, ਵੇਖ ਰਹੇ ਹਾਂ ਆਪਾਂ। ਦੇਖੋ ਜੀ, ਬੰਦੇ ਨੇ 2 ਟਾਈਮ ਦੀ ਰੋਟੀ ਖਾਣੀ ਆ। ਇੱਕ ਉਹ ਵੀ ਨੇ ਜਿਹੜੇ ਕਹਿੰਦੇ ਮਾਲਕ ਨੇ ਅੱਜ 1 ਟਾਈਮ ਦੀ ਦੇਤੀ, ਅਗਲੇ ਦੀ ਵੀ ਆਪੇ ਦਊਗਾ। ਬਾਣੀ ਵੀ ਇਹੀ ਕਹਿੰਦੀ ਹੈ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ, ਆਪੇ ਦੇਊ। ਤੇ ਇੱਕ ਉਹ ਵੀ ਨੇ ਜਿਹੜੇ ਕਈ ਪੀੜ੍ਹੀਆਂ ਦਾ ਧਨ ਸਮਾਨ ਪਦਾਰਥ ਇਕੱਠਾ ਕਰੀ ਬੈਠੇ ਨੇ, ਅਜੇ ਵੀ ਨਹੀਂ ਅੜਦੇ। ਤਾਂ ਹੀ ਲੋਕਾਂ ਤੇ ਜ਼ੁਲਮ ਹੁੰਦਾ। ਭਾਵ ਉਹਨਾਂ ਦੀ ਤ੍ਰਿਸ਼ਨਾ ਜਿਹੜੀ ਆ, ਹੰਗਤਾ ਜਿਹੜੀ ਆ, ਖਤਮ ਨਹੀਂ। ਵੱਡੇ ਵੱਡੇ ਗੋਦਾਮ ਭੰਡਾਰ, ਪਤਾ ਨਹੀਂ ਕਿੰਨਾ ਕੁ ਅਰਬਾਂ ਖਰਬਾਂ, ਮਿਲੀਅਨ ਬਿਲੀਅਨ, ਉਹਨਾਂ ਨੂੰ ਪਤਾ ਨਹੀਂ ਵੀ ਕਿੰਨਾ ਕੁ ਸਾਡੇ ਕੋਲ, ਫਿਰ ਵੀ ਉਹਨਾਂ ਨੂੰ ਹੰਗਤਾ ਨਹੀਂ ਖਤਮ ਹੁੰਦੀ, ਤ੍ਰਿਸ਼ਨਾ। ਲੋਮਸ਼ ਰਿਸ਼ੀ, ਉਹਨੂੰ ਲੰਮੀ ਉਮਰ ਦੀ ਹੰਗਤਾ ਕਿ ਮੇਰੀ ਉਮਰ ਲੰਮੀ ਹੋਵੇ, ਹੋਰ ਸਾਲ ਮੈਂ ਜਿਉਂਦਾ ਰਹਾਂ। ਸਭ ਤੋਂ ਵੱਡਾ ਲਾਲਚ ਸਾਨੂੰ ਇਹੀ ਹੈ ਕਲਯੁਗੀ ਜੀਵਾਂ ਨੂੰ। ਹਰ ਕੋਈ ਚਾਹੁੰਦਾ ਮੇਰੀ ਉਮਰ ਲੰਮੀ ਹੋਵੇ, ਮੈਂ ਜਿਉਂਦਾ ਰਹਾਂ, ਬਸ, ਹੋਰ ਕੁਛ ਨਹੀਂ। ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਹੰਗਤਾ ਮਮਤਾ ਜਿਹੜੀ ਹੈ ਉਹ ਅੰਦਰੋਂ ਜਾਂਦੀ ਨਹੀਂ, ਬਣੀ ਰਹਿੰਦੀ ਆ। ਤੇ ਮਹਾਰਾਜ ਕਹਿੰਦੇ ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸ਼ਬਦੈ ਥਾਏ ਨਾ ਪਾਏ। ਸਤਿਗੁਰਾਂ ਦੀ ਪ੍ਰੀਤੀ ਤੋਂ ਬਿਨਾਂ, ਮਹਾਰਾਜ ਦੇ ਪਿਆਰ ਤੋਂ ਬਿਨਾਂ ਪ੍ਰੇਮੀਓ, ਪਰਮੇਸ਼ਰ ਦੀ ਬੰਦਗੀ ਨਹੀਂ ਹੋ ਸਕਦੀ, ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਅਤੇ ਸਤਿਗੁਰਾਂ ਦੇ ਉਪਦੇਸ਼ ਕਮਾਏ ਤੋਂ ਬਿਨਾਂ ਵੈਕੁੰਠ ਦੇ ਵਿੱਚ, ਸੱਚਖੰਡ ਦੇ ਵਿੱਚ ਥਾਂ ਜਿਹੜੀ ਆ ਉਹ ਨਹੀਂ ਮਿਲਣੀ। ਸੱਚਖੰਡ ਦੀ ਅਵਸਥਾ, ਸੱਚਖੰਡ ਦੇ ਵਿੱਚ ਥਾਂ, ਬੈਠਣ ਨੂੰ ਜਗ੍ਹਾ ਜਿਹੜੀ ਹੈ ਬਿਨ ਸ਼ਬਦੈ ਥਾਏ ਨਾ ਪਾਏ। ਅਗਰ ਸ਼ਬਦ ਨਹੀਂ ਨਾ ਕਮਾਇਆ, ਭਾਵ ਗੁਰੂ ਦੀ ਨਹੀਂ ਮੰਨੀ ਸਾਰੀ ਜ਼ਿੰਦਗੀ, ਤਾਂ ਫਿਰ ਇਹ ਮਤਾ ਸੋਚ ਲਿਓ ਕਿ ਗੁਰੂ ਦੇ ਚਰਨਾਂ 'ਚ, ਭਾਵ ਦਰਗਾਹ ਦੇ ਵਿੱਚ, ਸੱਚਖੰਡ ਦੇ ਵਿੱਚ ਸਾਨੂੰ ਬੈਠਣ ਨੂੰ ਜਗ੍ਹਾ ਮਿਲ ਜਾਣੀ ਆ, ਨਹੀਂ ਮਿਲਣੀ। ਸੱਚਖੰਡ ਤੁਰੀਆ ਪਦ, ਇਹ ਅਵਸਥਾ ਜਿਹੜੀ ਆ, ਉਹ ਜਗ੍ਹਾ, ਉਹ ਥਾਂ ਨਹੀਂ ਮਿਲਦੀ। ਕਿਉਂਕਿ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹ ਨਾਨਕ ਬਾਹ ਲੜਾਈਐ।
ਜਿਹਨੇ ਗੁਰੂ ਦਾ ਸ਼ਬਦ ਕਮਾ ਲਿਆ, ਉਹਨੂੰ ਦਰਗਾਹ 'ਚ ਬੈਠਣ ਵਾਸਤੇ ਥਾਂ ਮਿਲਦੀ ਆ, ਉਹਨੂੰ ਤੁਰੀਆ ਪਦ ਸੱਚਖੰਡੀ ਅਵਸਥਾ ਜਿਉਂਦੇ ਜੀ ਹੀ ਪ੍ਰਾਪਤ ਹੋ ਜਾਂਦੀ ਹੈ। ਤੇ ਸਤਿਗੁਰ ਕਹਿੰਦੇ ਨੇ ਜੀ, ਸਬਦੇ ਹਉਮੈ ਮਾਰੀ ਹੈ, ਮਾਇਆ ਕਾ ਭਰਮ ਜਾਏ। ਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ ਹੀ ਹਉਮੈ ਹੰਗਤਾ ਮਾਰਨਾ ਕਰੀਏ, ਤਾਂ ਜੋ ਮਾਇਆ ਪਹਿਲਾਂ ਭਰਮ ਕਰਕੇ ਪ੍ਰਤੀਤ ਹੋ ਰਹੀ ਸੀ, ਉਸ ਮਾਇਆ ਦਾ ਭਰਮ ਅੰਦਰੋਂ ਚਲਾ ਜਾਂਦਾ ਹੈ। ਭਾਵ ਜੋ ਮਾਇਆ ਕਾ ਭਰਮ ਜਾਏ, ਹੁੰਦਾ ਤਾਂ ਭਰਮ ਹੈ ਤਾਂ ਭੁਲੇਖ ਹੀ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਕੀ ਹੈ? ਭੁਲੇਖਾ। ਸਮਝੀ ਜਾਣਾ ਮੈਂ ਹੋਰ ਹਾਂ, ਦੁਨੀਆ ਹੋਰ ਹੈ, ਰੱਬ ਹੋਰ ਹੈ। ਜੀਵ ਇਸ ਦੀ ਅਭੇਦਤਾ ਜਿਹੜੀ ਸਮਝ ਨਾ ਆਉਣੀ ਭਰਮ ਹੈ, ਭੁਲੇਖਾ ਰਹਿਣਾ। ਭਾਵ ਜਿਹੋ ਜਿਹਾ ਅਸੀਂ ਮੰਨਦੇ ਹਾਂ ਅਸਲ ਦੇ ਵਿੱਚ ਉਹ ਹੁੰਦਾ ਨਹੀਂ। ਤੇ ਜਦੋਂ ਅਕਲ ਦੇ ਭਰਮ ਦੇ ਪਰਦੇ ਖੁੱਲ੍ਹਦੇ ਨੇ, ਉਦੋਂ ਪਤਾ ਲੱਗਦਾ ਵੀ ਇਹ ਤਾਂ ਹੋਰੇ ਕੁਛ ਹੋ ਗਿਆ। ਮਾਇਆ ਕਾ ਭਰਮ ਜਾਏ। ਗੁਰੂ ਦੇ ਸ਼ਬਦ ਨਾਲ ਆ ਜਿਹੜਾ ਮਾਇਆ ਨੇ ਭਰਮ ਭੁਲੇਖਾ ਪਾਇਆ ਹੋਇਆ ਉਹ ਚਲਾ ਜਾਂਦਾ ਹੈ। ਮਹਾ ਮਾਇਆ ਤਾਂ ਕੀ ਹੈ ਛਾਇਆ, ਹੈ ਛਾਇਆ ਭੁਲੇਖਾ। ਹੱਥ ਜਦੋਂ ਮਾਰਾਂਗੇ ਕੁਛ ਵੀ ਹੱਥ 'ਚ ਨਹੀਂ ਆਉਂਦਾ। ਇਹ ਇੱਕੇ ਸਾਧਨ ਹੈ, ਸਬਦੇ ਹਉਮੈ ਮਾਰੀ ਹੈ। ਸ਼ਬਦ ਨਾਲ ਹਉਮੈ ਹੰਗਤਾ ਖਤਮ ਹੋਏਗੀ। ਮਹਾਰਾਜ ਕਹਿੰਦੇ ਆ, ਨਾਮ ਪਦਾਰਥ ਪਾਈਐ, ਗੁਰਮੁਖ ਸਹਿਜ ਸੁਭਾਏ। ਸਤਿਗੁਰਾਂ ਦੇ ਨਾਮ ਦੁਆਰਾ, ਸ਼ਬਦ ਦੁਆਰਾ, ਉਪਦੇਸ਼ ਦੁਆਰਾ ਹੀ, ਭਾਵ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਹੀ ਨਾਮ ਰੂਪੀ ਪਦਾਰਥ ਜਿਹੜਾ ਹੈ ਉਹ ਬੰਦਾ ਪਾਉਂਦਾ ਹੈ। ਤਾਂ ਗੁਰਮੁਖਾਂ ਨੂੰ ਸੁਭਾਵਿਕ ਹੀ ਇਹ ਸਹਿਜ ਅਵਸਥਾ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਭਾਵ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਜੀ, ਚਾਨਣ ਹੋ ਜਾਂਦਾ ਅੰਦਰ। ਸ਼ਬਦ ਨੇ ਚਾਨਣ ਕਰਨਾ। ਘਾਟੀ ਬੜੀ ਔਖੀ ਆ, ਤੁਰਨਾ ਪੈਣਾ। ਸਾਨੂੰ ਅਧਿਆਤਮ ਗਿਆਨ ਦਾ ਪਤਾ ਨਹੀਂ, ਅਧਿਆਤਮਿਕ ਸੁੱਖ ਦਾ ਪਤਾ ਨਹੀਂ, ਗੁਰਬਾਣੀ ਚੋਂ ਪ੍ਰਾਪਤ ਕੀ ਹੁੰਦਾ ਹੈ, ਨਾਮ ਜਪ ਕੇ ਜਾਂ ਸੇਵਾ ਕਰਕੇ ਕੀ ਮਿਲਦਾ ਇਹ ਨਹੀਂ ਪਤਾ ਹੋ ਰਿਹਾ। ਕਿਉਂ? ਅਵਸਥਾ ਨਹੀਂ ਬਣਦੀ, ਮਨ ਨਹੀਂ ਬਣਦਾ, ਟਿਕਦਾ ਹੀ ਨਹੀਂ ਮਨ, ਨੱਠਿਆ ਰਹਿੰਦਾ। ਜਿਸ ਦਿਨ ਉਹ ਮਨ ਅਵਸਥਾ ਟਿਕ ਗਿਆ ਨਾ, ਸਹਿਜ ਸੁਭਾਏ ਹੀ ਗਿਆਨ ਜਿਹੜਾ ਹੈ ਉਹ ਹੋ ਜਾਣਾ ਹੈ। ਸਕੂਨ ਜਾਉਣ ਲੱਗ ਜਾਂਦਾ ਹੈ। ਹਰ ਇੱਕ ਚੀਜ਼ ਦੁਨੀਆ ਦੀ ਸ਼ੈ ਚੰਗੀ ਲੱਗਣ ਲੱਗ ਜੂ। ਬੰਦਾ ਥੋੜੇ ਥੋੜੇ ਸੁੱਖਾਂ ਦੇ ਵਿੱਚੋਂ ਹੀ ਬੇਅੰਤਾਂ ਦਾ, ਅੰਤਾਂ ਦਾ ਆਨੰਦ ਲੈਣਾ ਸ਼ੁਰੂ ਕਰ ਦੇਗਾ। ਸਕੂਨ। ਤੇ ਜਦੋਂ ਮਨ ਨਹੀਂ ਟਿਕਿਆ, ਜਿੰਨਾ ਕੁਛ ਮਰਜ਼ੀ ਮਿਲ ਜੇ, ਟਿਕਣੀ ਨਹੀਂ, ਸ਼ਾਂਤੀ ਆਉਣੀ ਨਹੀਂ, ਭੁੱਖ ਨਹੀਂ ਮਿਟਣੀ, ਹੰਗਤਾ ਨਹੀਂ ਖਤਮ ਹੋਏਗੀ, ਤ੍ਰਿਸ਼ਨਾ ਨਹੀਂ ਬੁਝਣੀ, ਉਹਦਾ ਪ੍ਰਕਾਸ਼ ਨਹੀਂ ਹੋਏਗਾ। ਤੇ ਜਦੋਂ ਪ੍ਰਕਾਸ਼ ਹੋ ਗਿਆ, ਚਾਨਣਾ, ਫਿਰ ਆਲੇ ਦੁਆਲੇ ਕੁਛ ਨਹੀਂ ਦਿਖਣਾ ਜੀ, ਬ੍ਰਹਮ ਹੀ ਬ੍ਰਹਮ ਦਿਖੇਗਾ। ਪ੍ਰਕਾਸ਼।
ਕਹਿੰਦੇ ਫਿਰ ਭਾਈ ਬਿਨ ਗੁਰ ਗੁਣ ਨਾ ਜਾਪਨੀ, ਬਿਨ ਗੁਣ ਭਗਤ ਨਾ ਹੋਏ। ਗੁਰੂ ਤੋਂ ਬਿਨਾ ਸਤ ਸੰਤੋਖ ਦਇਆ ਧਰਮ ਸ਼ਰਧਾ ਆਦਿਕ ਗੁਣਾਂ ਨੂੰ ਬੰਦਾ ਨਹੀਂ ਜਾਣ ਸਕਦਾ। ਅਗਰ ਗੁਰਬਾਣੀ ਬੰਦੇ ਨੇ ਨਹੀਂ ਨਾ ਅਪਣਾਈ, ਲਾਗੂ ਨਹੀਂ ਕੀਤੇ ਮਹਾਰਾਜ ਦੇ ਬਚਨ ਅੰਦਰ, ਨਾ ਤਾਂ ਉਹਦੇ ਕੋਲ ਸੱਚ ਹੁੰਦਾ ਹੈ, ਨਾ ਸੰਤੋਖ ਹੁੰਦਾ ਹੈ, ਨਾ ਦਇਆ ਉਹ ਕਰਦਾ ਕਿਸੇ ਤੇ, ਨਾ ਧਰਮੀ ਉਹ ਪੱਕਾ ਬਣ ਸਕਦਾ, ਨਾ ਸ਼ਰਧਾ ਹੁੰਦੀ ਹੈ, ਮਨ ਨਹੀਂ ਟਿਕਦਾ। ਇੱਥੇ ਵੀ ਦੁਵਿਧਾ ਪਈ ਰਹਿੰਦੀ ਹੈ। ਇੱਥੇ ਵੀ ਮੱਥਾ ਟੇਕਤਾ, ਬਾਣੀ ਵੀ ਪੜ੍ਹ ਲਈ, ਹੋਰ ਤਾਗੇ ਤਵੀਤਾਂ 'ਚ ਵੀ ਬੰਦਾ ਪਿਆ ਰਿਹਾ, ਨਹੀਂ ਗੱਲ ਬਣੀ, ਸ਼ਰਧਾ ਨਹੀਂ ਬਣੀ। ਅਸਲ ਦੇ ਵਿੱਚ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ, ਜਿਨ੍ਹਾਂ ਨੇ ਸ਼ਰਧਾ ਬਣਾ ਲਈ ਨਾ ਗੁਰੂ ਤੇ, ਗੁਰੂ ਨੇ ਬੇੜੇ ਪਾਰ ਲੰਘਾ ਦੇਣੇ ਨੇ। ਨਾ ਬੰਦੇ ਕੋਲ ਸੱਤ ਹੁੰਦਾ ਹੈ, ਨਾ ਸੰਤੋਖ ਹੁੰਦਾ ਹੈ। ਅਸੀਂ ਦੂਜਿਆਂ ਨੂੰ ਕਹਿੰਦੇ ਆ ਵੀ ਤੂੰ ਸੰਤੋਖੀ ਬਣ, ਮੈਂ ਧਰਮੀ ਆ, ਦੂਜਿਆਂ ਨੂੰ ਕਹਿਣ ਜੋਗਰ ਹੀ ਆ, ਆਪ ਨਹੀਂ। ਆਪਣੇ ਤੇ ਨਹੀਂ ਭਲਾਈ ਕਰਾਂਗੇ। ਨਾ ਬੰਦਾ ਤਰਸ ਕਰਦਾ, ਆਪਣਿਆਂ ਤੇ ਤਾਂ ਕਰਦਾ ਵੀ ਮੇਰਾ, ਦੂਜਿਆਂ ਤੇ ਬੰਦਾ ਜ਼ੁਲਮ ਕਰਦਾ। ਇਹ ਗੁਰੂ ਦੇ ਗਿਆਨ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰੇਮੀਓ, ਇਹ ਗੁਣ ਜਿਹੜੇ ਨੇ ਬੰਦਾ ਨਹੀਂ ਜਾਣ ਸਕਦਾ ਵੀ ਹੈ ਕੀ। ਫਿਰ ਬਿਨ ਗੁਣ ਭਗਤ ਨਾ ਹੋਏ, ਬਿਨਾ ਸ਼ੁਭ ਗੁਣਾ ਧਾਰਨ ਕਰਨ ਤੋਂ ਬਿਨਾਂ ਨਾ ਜੀ ਭਗਤੀ ਨਹੀਂ ਹੁੰਦੀ। ਨੁਕਤੇ ਨੇ, ਪਕੜ ਲਓ। ਜੇ ਸਾਡੇ ਕੋਲ ਸੱਤ ਨਹੀਂ, ਸੰਤੋਖੀ ਨਹੀਂ ਹਾਂ, ਅਸੀਂ ਭੁੱਖ ਲੱਗੀ ਰਹਿੰਦੀ ਹੈ ਵੱਧ ਤੋਂ ਵੱਧ, ਸਾਨੂੰ ਦਇਆ ਨਹੀਂ, ਤਰਸ ਨਹੀਂ ਕਰਦੇ ਇੱਕ ਦੂਜੇ ਤੇ, ਧਰਮੀ ਨਹੀਂ ਬਣੇ ਪੱਕੇ, ਸ਼ਰਧਾ ਨਹੀਂ ਬਣੀ, ਇਹ ਗੁਣ ਨਹੀਂ ਨਾ ਸਾਡੇ ਕੋਲ, ਫਿਰ ਸਮਝ ਲਓ ਜੇ ਮੈਂ ਭਗਤੀ ਦਾ ਦਿਖਾਵਾ ਕਰ ਰਿਹਾ ਨਾ, ਉਹ ਇੱਕ ਦਿਖਾਵਾ ਹੀ ਹੈ, ਸੱਚੀ ਭਗਤੀ ਨਹੀਂ। ਸੱਚੀ ਭਗਤੀ ਉਸ ਬੰਦੇ ਦੀ ਹੈ ਜਿਹਦੇ ਕੋਲ ਸਤ ਸੰਤੋਖ ਧਰਮ ਸ਼ਰਧਾ ਇਹ ਗੁਣ ਨੇ। ਜਿਹਦੇ ਕੋਲ ਇਹ ਪ੍ਰੋਪਰ ਨਹੀਂ ਚੀਜ਼ਾਂ, ਇਹ ਅਵਸਥਾਵਾਂ, ਇਹ ਗੁਣ ਨਹੀਂ, ਤਾਂ ਉਹ ਭਗਤ ਨਹੀਂ ਹੋ ਸਕਦਾ। ਭਗਤ ਜਿਹੜਾ ਨਾ, ਭਗਤ ਉਹ ਜ਼ੁਲਮ ਨਹੀਂ ਕਰੂ ਕਿਸੇ ਤੇ, ਮਾੜਾ ਨਹੀਂ ਕਰੂ, ਹੱਕ ਨਹੀਂ ਖੋਊਗਾ, ਦੁੱਖ ਨਹੀਂ ਦੇਊ ਕਿਸੇ ਨੂੰ। ਉਹਦੀ ਸ਼ਰਧਾ ਹੁੰਦੀ ਹੈ, ਉਹ ਗੁਰੂ ਦਾ ਦਰ ਛੱਡ ਕੇ ਕੁਰਾਹੀ ਨਹੀਂ ਪੈਂਦਾ। ਤਾਂ ਹੀ ਬਾਣੀ ਕਹਿੰਦੀ ਹੈ ਭਾਈ ਫਰੀਦਾ, ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਮਿਲੇ ਚਿੱਕੜ ਡੁੱਬੇ ਹੱਥ। ਸ਼ਰਧਾ ਜਦੋਂ ਬਣ ਗਈ ਪ੍ਰੇਮੀਓ, ਤਾਂ ਉੱਥੇ ਅਵਸਥਾ ਬਣ ਜਾਣੀ ਆ। ਮਹਾਰਾਜ ਕਹਿੰਦੇ ਭਗਤ ਬਸ਼ਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਜੋ ਭਗਤੀ ਕਰਾਉਣ ਵਾਲਾ ਭਗਤ ਬਸ਼ਲ ਪਿਆਰਾ ਹਰੀ ਪਰਮੇਸ਼ਰ ਹੈ, ਜਿਨ੍ਹਾਂ ਦੇ ਮਨ ਵਿੱਚ ਉਹ ਵਸ ਗਿਆ, ਉਹਨਾਂ ਨੂੰ ਪਰਮੇਸ਼ਰ ਦੇ ਤਤ ਪਤ ਦਾ ਲਖ ਅਰਥ ਸਹਿਜ ਸੁਤੇ ਸਿੱਧ ਹੀ ਮਿਲ ਗਿਆ, ਭਾਵ ਪ੍ਰਾਪਤ ਹੋ ਗਿਆ। ਤਤ ਪਦ, ਤੁਰੀਆ ਪਦ, ਉਹਦਾ ਵਾਸਾ ਸੰਸਾਰ ਦੇ ਵਿੱਚ ਸਮਝ ਆ ਜਾਂਦਾ ਵੀ ਇਹਦੇ ਅਰਥ ਕੀ ਹੈ। ਤੇ ਮਹਾਰਾਜ ਕਹਿੰਦੇ ਨਾਨਕ ਸਬਦੇ ਹਰ ਸਲਾਹੀ ਹੈ, ਕਰਮ ਪ੍ਰਾਪਤ ਹੋਏ। ਗੁਰਾਂ ਦੇ ਉਪਦੇਸ਼ ਦੁਆਰਾ ਹੀ ਹਰੀ ਵਾਹਿਗੁਰੂ ਨੂੰ ਸਲਾਹੁਣਾ ਕਰੀਦਾ। ਸਤਿਗੁਰਾਂ ਦੀ ਕਿਰਪਾ ਹੋਵੇ, ਨਿਸ਼ਕਾਮ ਕਰਮ ਕੀਤੇ ਹੋਣ ਤਾਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿਸ਼ਕਾਮ,
ਮੇਰੇ ਵਰਗਾ ਤਾਂ 10 ਮਿੰਟ ਬਾਣੀ ਪੜ੍ਹੀ ਲੱਖਾਂ ਹੀ ਮੰਗਾ ਰੱਖ ਦਿੰਦਾ ਹੈ। ਗੁਰੂ ਘਰ ਆਇਆ, ਜਦ ਬੰਦਾ ਜਿੱਥੇ ਵੀ ਜਾਂਦਾ ਹੈ, ਪਤਾ ਨਹੀਂ ਕਿੰਨੀਆਂ ਕੁ ਮੰਗਾਂ ਉਹਦੇ ਅੰਦਰ ਪੈਦਾ ਹੋ ਜਾਂਦੀਆਂ ਨੇ। ਆਈਏ ਅਸੀਂ, ਮੰਗਣ ਦੀ ਲੋੜ ਨਾ ਪਵੇ, ਕਹਿਣ ਦੀ ਲੋੜ ਨਾ। ਫਿਰ ਉਹ ਗੁਰੂ ਹੀ ਕਾਹਦਾ, ਉਹ ਅੰਤਰਜਾਮੀ ਹੀ ਕਾਹਦਾ, ਜਿਹਦੇ ਕੋਲ ਸਾਨੂੰ ਰੋਜ਼ ਆ ਕੇ ਉੱਚਾ ਉੱਚਾ ਕੂਕਣਾ ਪਵੇ, ਮਹਾਰਾਜ ਮੈਨੂੰ ਆਹ ਦੇ ਦੇ, ਉਹ ਦੇ ਦੇ, ਆਹ ਕਰ ਦੇ, ਆਹ ਕਰ ਦੇ। ਉਹ ਤਾਂ ਬਿਨਾਂ ਕਹੀ ਕਰੀ ਜਾਂਦਾ, ਲੋੜੇ ਨਹੀਂ। ਅੰਤਰਜਾਮੀ ਕਹਿੰਦੇ ਆ, ਸਗਲ ਕਢਾ ਕੇ ਅੰਤਰਜਾਮੀ, ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣ ਤੋਂ ਤਾਂ ਸਭ ਜਾਣਦਾ, ਕੀ ਨਹੀਂ ਪਤਾ ਉਹਨੂੰ। ਫਿਰ ਜੇ ਆਪਾਂ ਐਵੇਂ ਭਾਵ ਕੇ ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਬਹੁਤਾ ਬੋਲਾਂਗੇ ਨਾ ਐਵੇਂ, ਵੇਖਦੇ ਆ ਦੁਨੀਆ 'ਚ ਅਗਲਾ ਕਹਿੰਦਾ ਐਵੇਂ ਝੱਖ ਮਾਰਦਾ ਫਿਰਦਾ, ਐਵੇਂ ਬੋਲੀ ਜਾਂਦਾ। ਇਹੀ ਇੱਥੇ ਬਣਦਾ ਕੰਮ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਉਹ ਤਾਂ ਸਭ ਜਾਣਦਾ, ਕੀ ਨਹੀਂ ਪਤਾ। ਕਿਆ ਮੂੰਹ ਲੈ ਕੀਚੇ ਅਰਦਾਸ, ਪਾਪ ਪੁੰਨ ਦੋਇ ਸਾਖੀ ਪਾਸ। ਭਾਵ ਕੇ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਗੁਰੂ ਦਾ ਕਿਰਪਾ ਕਰਨ ਨੂੰ ਤਿਆਰਾ, ਤੂੰ ਮੰਗਣੋਂ ਦਾ ਹਟ। ਮੰਗਣੋਂ ਦਾ ਹਟ ਗਏ ਅਸੀਂ, ਔਖਾ ਬੜਾ। ਬਸ ਫਿਰ ਚੱਲੀ ਜਾਂਦੀਆਂ ਨੇ ਮੰਗਾਂ, ਆਹ ਹੋ ਜੇ, ਉਹ ਹੋ ਜੇ। ਕੁਛ ਨਾ ਮੰਗੀਏ, ਬਸ ਨਿਮਰਤਾ 'ਚ ਨੇਤਰ ਵੈਰਾਗਮਈ ਹੋਣ, ਵਿਵੇਕ ਬੁੱਧ ਹੋਵੇ, ਆ ਕੇ ਖੜ ਜੀਏ, ਉਹ ਆਪੇ ਸਮਝ ਲੂਗਾ। ਮਹਾਰਾਜ ਨੂੰ ਅੰਤਰਜਾਮੀ ਕਹਿੰਦੇ ਆਪਾਂ, ਰੱਖਣ ਵਾਲਾ, ਦਾਤਾਂ ਦੇਣ ਵਾਲਾ, ਸਮਰੱਥ ਹੈ। ਅਰਦਾਸ ਦੇ ਅਰਥ ਜਿਹੜੇ ਨੇ ਸਭ ਪਤਾ ਉਹਨੂੰ, ਮੰਗਣਾ ਨਾ ਪਵੇ। ਉਹ ਫਿਰ ਗੁਰੂ ਕਾਹਦਾ, ਅੰਤਰਜਾਮੀ ਕਾਹਦਾ, ਜਿਹਨੂੰ ਜਿਹੜਾ ਸਾਡੀਆਂ ਅੰਦਰ ਦੀਆਂ ਜਾਣੇ ਨਾ ਸਕੇ। ਅੰਤਰਜਾਮੀ ਕੀ ਹੋਇਆ, ਸਭ ਜਾਣਦਾ ਹੈ। ਕਰਮ ਪ੍ਰਾਪਤ ਹੋਏ, ਨਿਸਕਾਮ ਕਰਮ ਜਦੋਂ ਕਰਾਂਗੇ, ਮੰਗਣੋਂ ਜਦੋਂ ਹਟ ਗਏ, ਨਾਮ ਦੀ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ ਆ। ਸਭ ਦੇ ਹਰ ਸਲਾਹੀ ਹੈ। ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨੂੰ ਸਲਾਹੁਣਾ ਕਰੀਏ, ਮੰਗਣੋਂ ਹਟੀਏ। ਬਸ ਨਿਮਰਤਾ 'ਚ ਉਹਦੇ ਚਰਨਾਂ 'ਚ ਬੰਦਾ ਅਰਦਾਸ ਕਰੇ, ਕੁਛ ਨਹੀਂ ਮੰਗਣ ਦੀ ਲੋੜ ਪੈਣੀ ਅੰਦਰ। ਬਸ ਨਾਮ ਮੰਗੋ। ਜਿਹਦੇ ਕੋਲ ਨਾਮ ਦੀ ਦਾਤ ਹੈ, ਜਿਹਦੇ ਕੋਲ ਰੱਬ ਆ ਗਿਆ, ਉਹਦੇ ਕੋਲ ਸਾਰੀਆਂ ਦਾਤਾਂ ਆਪਣੇ ਆਪ ਆ ਜਾਂਦੀਆਂ ਨੇ। ਆਓ ਜੀ ਸ਼ਬਦ ਦੀ ਵਿਚਾਰ ਇੱਥੇ ਸਮਾਪਤੀ। ਅਗਲਾ ਸ਼ਬਦ ਅੱਗੇ ਵਿਚਾਰਾਂਗੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੇ ਨਾਮ ਤੇ ਆਇਆ। ਨਾਨਕ ਤੇ ਮੁਖ ਉਜਲੇ, ਜਿਨੇ ਨਾਮ ਤੇ ਆਇਆ। ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।